गुड मॉर्निंग क्लास 8। ਅੱਜ ਅਸੀਂ ਪੰਜਾਬੀ ਦਾ 9ਵਾਂ ਲੈਸਨ ਪੜਾਂਗੇ ਜਿਸ ਦਾ ਨਾਮ ਹੈ ਝਾਂਸੀ ਦੀ ਰਾਣੀ। ਝਾਂਸੀ ਦੀ ਰਾਣੀ ਬਾਰੇ ਕੌਣ ਨਹੀਂ ਜਾਣਦਾ। ਅਸੀਂ ਸਾਰੇ ਜਾਣਦੇ ਹਾਂ ਕਿ ਝਾਂਸੀ ਦੀ ਰਾਣੀ ਇੱਕ ਵੀਰਾਂਗਣਾ ਸੀ ਜਿਸ ਨੇ ਦੇਸ਼ ਨੂੰ ਆਜ਼ਾਦੀ ਦਿਲਾਉਣ ਲਈ ਬਹੁਤ ਵੱਡਾ ਯੋਗਦਾਨ ਦਿੱਤਾ। ਉਸ ਦੀ ਵੀਰਤਾ ਦੇ ਬਾਰੇ ਤੇ ਕੀ ਕਿਹਾ ਜਾ ਸਕਦਾ ਹੈ। ਉਸ ਨੇ ਅੰਗਰੇਜ਼ਾਂ ਦੇ ਦੰਦ ਖੱਟੇ ਕਰ ਦਿੱਤੇ ਸੀ। ਚਲੋ ਆਓ ਅਸੀਂ ਇਸ ਲੈਸਨ ਨੂੰ ਪੜ੍ਹੀਏ ਤੇ ਝਾਂਸੀ ਦੀ ਰਾਣੀ ਬਾਰੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰੀਏ। ਆਓ ਲੈਸਨ ਪੜ੍ਹੀਏ। 1947 ਤੋਂ ਪਹਿਲਾਂ ਸਾਡੇ ਦੇਸ਼ ਉੱਤੇ ਅੰਗਰੇਜ਼ਾਂ ਦਾ ਰਾਜ ਸੀ। ਉਹ ਭਾਰਤ ਵਾਸੀਆਂ ਉੱਤੇ ਬਹੁਤ ਜ਼ੁਲਮ ਕਰ ਰਹੇ ਸਨ। ਉਹਨਾਂ ਕੋਲੋਂ ਸੁਤੰਤਰ ਹੋਣ ਲਈ ਭਾਰਤੀ ਰਾਜੇ ਮਹਾਰਾਜੇ ਸੰਘਰਸ਼ ਕਰ ਰਹੇ ਸਨ। ਇਸ ਸੰਘਰਸ਼ ਵਿੱਚ ਮਹਾਤਮਾ ਗਾਂਧੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਵੀ ਮਹਾਨ ਯੋਗਦਾਨ ਹੈ। ਉਹਨਾਂ ਦੇ ਯਤਨਾਂ ਸਦਕੇ ਦੇਸ਼ ਵਿੱਚੋਂ 150 ਸਾਲ ਪੁਰਾਣੀ ਅੰਗਰੇਜ਼ੀ ਹਕੂਮਤ ਦਾ ਖਾਤਮਾ ਹੋਇਆ। ਅੰਤ ਵਿੱਚ 15 ਅਗਸਤ 1947 ਨੂੰ ਭਾਰਤ ਦੇਸ਼ ਆਜ਼ਾਦ ਹੋ ਗਿਆ। ਹੁਣ ਇਸ ਵਿੱਚ ਕੀ ਦੱਸਿਆ ਗਿਆ ਹੈ ਕਿ 1947 ਤੋਂ ਪਹਿਲਾਂ ਮੀਨਸ ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਉੱਤੇ ਕਿਹਦਾ ਰਾਜ ਸੀ? ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ ਬਹੁਤ ਜ਼ੁਲਮ ਕਰਦੇ ਸਨ ਭਾਰਤੀਆਂ ਉੱਤੇ। ਠੀਕ ਹੈ, ਤੇ ਉਹਨਾਂ ਨੂੰ ਸੁਤੰਤਰ ਹੋਣ ਲਈ ਭਾਰਤੀ ਰਾਜੇ ਸਾਰੇ ਬਹੁਤ ਸੰਘਰਸ਼ ਕਰ ਰਹੇ ਸਨ। ਇਸ ਸੰਘਰਸ਼ ਵਿੱਚ ਮਹਾਤਮਾ ਗਾਂਧੀ ਨੇ ਵੀ ਯੋਗਦਾਨ ਦਿੱਤਾ, ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਯੋਗਦਾਨ ਦਿੱਤਾ ਤੇ ਅੰਤ ਵਿੱਚ 15 ਅਗਸਤ 1947 ਨੂੰ ਭਾਰਤ ਦੇਸ਼ ਆਜ਼ਾਦ ਹੋ ਗਿਆ। ਇਹਨਾਂ ਭਾਰਤੀ ਰਾਜਿਆਂ ਮਹਾਰਾਜਿਆਂ ਵਿੱਚੋਂ ਇੱਕ ਵੀਰ ਇਸਤਰੀ ਮਹਾਰਾਣੀ ਲక్ష్ਮੀ ਬਾਈ ਵੀ ਸੀ। ਹੁਣ ਇਹਨਾਂ ਵਿੱਚੋਂ ਇੱਕ ਵੀਰ ਇਸਤਰੀ ਵੀ ਸੀ, ਫਰੀडम ਫਾਈਟਰ ਸੀ ਜਿਹੜੀ ਲక్ష్ਮੀ ਬਾਈ। ਉਸ ਦਾ ਜਨਮ ਮਹਾਰਾਸ਼ਟਰ ਦੇ ਕਾਂਸੀ ਨਗਰ ਵਿੱਚ 1835 ਈਸਵੀ ਨੂੰ ਹੋਇਆ। ਉਹਦਾ ਜਨਮ ਕਿੱਥੇ ਹੋਇਆ ਸੀ? ਮਹਾਰਾਸ਼ਟਰ ਵਿੱਚ ਹੋਇਆ ਸੀ, ਕਾਂਸੀ ਨਗਰ ਵਿੱਚ 1835 ਈਸਵੀ 'ਚ। ਉਸਦੇ ਪਿਤਾ ਦਾ ਨਾਮ ਮੋਰੋਪੰਤ ਅਤੇ ਮਾਤਾ ਜੀ ਦਾ ਨਾਮ ਭਾਗੀਰਥੀ ਦੇਵੀ ਸੀ। ਲక్ష్ਮੀ ਬਾਈ ਦਾ ਬਚਪਨ ਦਾ ਨਾਮ ਮੰਨੂ ਬਾਈ ਸੀ। ਹੁਣ ਲక్ష్ਮੀ ਬਾਈ ਦੀ ਬਚਪਨ ਦਾ ਨਾਮ ਕੀ ਸੀ? ਮੰਨੂ ਬਾਈ। ਲక్ష్ਮੀ ਬਾਈ ਅਜੇ 4 ਸਾਲ ਦੀ ਹੀ ਸੀ ਕਿ ਉਸਦੀ ਮਾਤਾ ਜੀ ਅਕਾਲ ਚਲਾਣਾ ਕਰ ਗਈ। ਅਕਾਲ ਚਲਾਣਾ ਦਾ ਕੀ ਮਤਲਬ ਹੁੰਦਾ ਹੈ ਕਿ ਉਹਨਾਂ ਦੀ ਡੈਥ ਹੋ ਗਈ। ਇਸ ਤੋਂ ਮਗਰੋਂ ਉਸਦੇ ਪਿਤਾ ਜੀ ਨੇ ਉਸ ਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ। ਹੁਣ ਉਸਦੇ ਪਿਤਾ ਜੀ ਨੇ ਉਸ ਨੂੰ ਪੁੱਤਰਾਂ ਵਕਨ ਪਾਲਿਆ। ਉਸਦੇ ਪਿਤਾ ਜੀ ਉਸ ਵੇਲੇ ਬਾਜੀਰਾਓ ਪੇਸ਼ਵਾ ਦੀ ਨੌਕਰੀ ਕਰਦੇ ਸਨ। ਉਸ ਵੇਲੇ ਉੱਥੇ ਬਾਜੀਰਾਓ ਪੇਸ਼ਵਾ ਦਾ ਰਾਜ ਸੀ ਤੇ ਉੱਥੇ ਉਸਦੇ ਪਿਤਾ ਜੋ ਸੀ ਉਹ ਨੌਕਰੀ ਕਰਦੇ ਸਨ। ਬਾਜੀਰਾਓ ਪੇਸ਼ਵਾ ਦੇ 2 ਪੁੱਤਰ ਸਨ। ਉਹਨਾਂ ਦੇ ਨਾਮ ਨਾਨਾ ਸਾਹਿਬ ਅਤੇ ਰਾਓ ਸਾਹਿਬ ਸਨ। ਹੁਣ ਬਾਜੀਰਾਓ ਪੇਸ਼ਵਾ ਦੇ 2 ਪੁੱਤਰ ਸਨ ਜਿਨ੍ਹਾਂ ਦਾ ਕੀ ਨਾਮ ਸੀ? ਨਾਨਾ ਸਾਹਿਬ ਤੇ ਰਾਓ ਸਾਹਿਬ। ਉਹ ਵੀ ਲక్ష్ਮੀ ਬਾਈ ਦੇ ਹਾਣੀ ਸਨ, ਮਤਲਬ ਉਹਨਾਂ ਦੀ ਉਮਰ ਦੇ ਸੇਮ ਬਰਾਬਰ ਸੀ। ਉਹਨਾਂ ਨਾਲ ਵੀ ਤਲਵਾਰ, ਬੰਦੂਕ ਅਤੇ ਤੀਰ ਚਲਾਣਾ ਸਿੱਖ ਲਿਆ। ਹੁਣ ਰਾਣੀ ਲక్ష్ਮੀ ਬਾਈ ਨੇ ਉਹਨਾਂ ਦੇ ਨਾਲ ਮਿਲ ਕੇ ਹੀ ਤਲਵਾਰ, ਬੰਦੂਕ ਤੇ ਤੀਰ ਚਲਾਣਾ ਸਿੱਖ ਲਿਆ। ਉਹ ਘੋੜਸਵਾਰੀ ਵਿੱਚ ਮਾਹਿਰ ਸੀ। ਉਹ ਘੋੜਸਵਾਰੀ ਵੀ ਕਰਦੀ ਸੀ, ਹਾਰਸ ਰਾਈਡਿੰਗ। ਕੁੜੀ ਹੁੰਦਿਆਂ ਹੋਇਆ ਵੀ ਉਹ ਨਿਰਭੈ ਸੀ, ਮਤਲਬ ਕੁੜੀ ਹੁੰਦਿਆਂ ਹੋਇਆ ਵੀ ਉਹ ਬਹੁਤ ਵੀਰ ਤੇ ਬਹਾਦਰ ਸੀ। ਉਹ ਕਿਸੇ ਕੋਲੋਂ ਵੀ ਨਹੀਂ ਡਰਦੀ ਸੀ। ਹਰ ਪ੍ਰਕਾਰ ਦੀਆਂ ਦੁੱਖ ਮੁਸੀਬਤਾਂ ਸਹਾਰ ਲੈਂਦੀ ਸੀ। ਕੋਈ ਵੀ ਦੁੱਖ ਮੁਸੀਬਤ ਆਉਂਦੀ ਸੀ ਤੇ ਉਹ ਉਸ ਨੂੰ ਸਹਾਰ ਲੈਂਦੀ ਸੀ। ਉਹ ਕਦੀ ਵੀ ਦੁੱਖਾਂ ਮੁਸੀਬਤਾਂ ਤੋਂ ਹਾਰਦੀ ਨਹੀਂ ਸੀ। ਅਜਿਹੀ ਸਿੱਖਿਆ ਪ੍ਰਾਪਤ ਕਰਕੇ ਉਸ ਵਿੱਚ ਹਿੰਮਤ, ਨਿਡਰਤਾ ਤੇ ਵੀਰਤਾ ਦੇ ਗੁਣ ਪੈਦਾ ਹੋ ਗਏ ਸਨ। ਰਾਜੇ ਮਹਾਰਾਜੇ ਵੀ ਘੋੜਸਵਾਰੀ ਵਿੱਚ ਉਸ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ। ਇੱਥੋਂ ਤੱਕ ਕਿ ਨਾਨਾ ਸਾਹਿਬ ਵੀ ਉਸ ਕੋਲੋਂ ਮਾਤ ਖਾ ਗਏ ਸਨ। ਹੁਣ ਜਦੋਂ ਉਹਨਾਂ ਨੇ ਤਲਵਾਰ, ਬੰਦੂਕ ਤੇ ਤੀਰ ਚਲਾਣਾ ਸਿੱਖ ਲਿਆ ਸੀ ਤੇ ਉਹਨਾਂ ਦੇ ਵਿੱਚ ਹਿੰਮਤ ਤੇ ਨਿਡਰਤਾ ਵਾਲੇ ਗੁਣ ਆ ਗਏ ਸਨ। ਰਾਜੇ ਮਹਾਰਾਜੇ ਵੀ ਘੋੜਸਵਾਰੀ ਵਿੱਚ ਉਹਨਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ। ਇੱਥੋਂ ਤੱਕ ਕਿ ਨਾਨਾ ਸਾਹਿਬ ਜੋ ਕਿ ਬਹੁਤ ਅੱਛੇ ਘੋੜਸਵਾਰ ਸਨ, ਉਹ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਸਨ। ਇੱਕ ਵਾਰੀ ਨਾਨਾ ਸਾਹਿਬ ਘੋੜੇ ਤੋਂ ਥੱਲੇ ਡਿੱਗ ਪਏ। ਘੋੜਾ ਇਕੱਲਾ ਹੀ ਮਹਿਲ ਵਿੱਚ ਆ ਗਿਆ। ਖਾਲੀ ਘੋੜੇ ਨੂੰ ਵੇਖ ਕੇ ਬਾਜੀਰਾਓ ਘਬਰਾ ਗਏ। ਐਨੇ ਚਿਰ ਵਿੱਚ ਲక్ష్ਮੀ ਬਾਈ ਆ ਕੇ ਉੱਥੇ ਉਹਨਾਂ ਨੇ ਘੋੜੇ ਤੇ ਬਿਠਾ ਕੇ ਮਹਿਲ ਵਿੱਚ ਉਹਨਾਂ ਨੂੰ ਪਹੁੰਚਾ ਦਿੱਤਾ। ਸਾਰੇ ਦਰਬਾਰੀ ਬਾਜੀਰਾਓ ਤੇ ਲక్ష్ਮੀ ਬਾਈ ਦੇ ਪਿਤਾ ਜੀ ਉਸ ਦੀ ਹਿੰਮਤ ਵੇਖ ਕੇ ਦੰਗ ਰਹਿ ਗਏ। ਉਹਨਾਂ ਨੇ ਨਾਨਾ ਸਾਹਿਬ ਨੂੰ ਘੋੜੇ ਦੇ ਉੱਤੇ ਪਾ ਕੇ ਉਹਨਾਂ ਨੂੰ ਮਹਿਲ ਵਿੱਚ ਪਹੁੰਚਾ ਦਿੱਤਾ ਤੇ ਉਹਨਾਂ ਦੀ ਇਸ ਬਹਾਦਰੀ ਨੂੰ ਦੇਖ ਕੇ ਸਾਰੇ ਹੀ ਦੰਗ ਰਹਿ ਗਏ। ਲక్ష్ਮੀ ਬਾਈ ਦਾ ਵਿਆਹ ਝਾਂਸੀ ਦੇ ਰਾਜਾ ਗੰਗਾਧਰ ਰਾਓ ਨਾਲ ਹੋ ਗਿਆ। ਲక్ష్ਮੀ ਬਾਈ ਨਾਮ ਉਹਨਾਂ ਦਾ ਹੀ ਰੱਖਿਆ ਹੋਇਆ ਸੀ। ਉਸ ਵੇਲੇ ਉਸ ਦੀ ਉਮਰ 14 ਸਾਲ ਦੀ ਸੀ। ਉਹ ਆਪਣੇ ਵੇਲੇ ਇੱਕ ਬਹੁਤ ਹੀ ਸੁੰਦਰ ਕੁੜੀ ਸੀ। ਉਹ ਹੱਥ ਲਾਇਆ ਮੈਲੀ ਹੁੰਦੀ ਸੀ। ਹੁਣ ਰਾਣੀ ਲక్ష్ਮੀ ਬਾਈ ਜੀ ਦਾ ਵਿਆਹ ਝਾਂਸੀ ਦੇ ਰਾਜਾ ਗੰਗਾਧਰ ਰਾਓ ਨਾਲ ਹੋ ਗਿਆ।
ਲక్ష్ਮੀ ਬਾਈ ਨਾਮ ਉਹਨਾਂ ਦਾ ਹੀ ਰੱਖਿਆ ਹੋਇਆ ਹੈ। ਤੇ ਉਸ ਵੇਲੇ ਉਹਨਾਂ ਦੀ ਉਮਰ 14 ਸਾਲ ਸੀ। ਉਹ ਆਪਣੇ ਵੇਲੇ ਇੱਕ ਬਹੁਤ ਹੀ ਸੁੰਦਰ ਸੀ ਕੁੜੀ ਸੀ, ਬਹੁਤ ਹੀ ਸੁੰਦਰ ਸੀ। ਉਹ ਆਪਣੀ ਜਵਾਨੀ ਦੇ ਵਿੱਚ ਬਹੁਤ ਸੁੰਦਰ ਸੀ। ਉਹ ਹੱਥ ਲਾਏ ਮੈਲੀ ਹੁੰਦੀ ਸੀ, ਮਤਲਬ ਬਹੁਤ ਹੀ ਜ਼ਿਆਦਾ ਸੁੰਦਰ ਸੀ। ਲక్ష్ਮੀ ਬਾਈ ਦੇ ਇੱਕ ਪੁੱਤਰ ਪੈਦਾ ਹੋਇਆ ਸੀ ਜੋ 3 ਮਹੀਨਿਆਂ ਦਾ ਹੋ ਕੇ ਗੁਜ਼ਰ ਗਿਆ ਸੀ। ਹੁਣ ਲక్ష్ਮੀ ਬਾਈ ਦੇ ਘਰ ਇੱਕ ਪੁੱਤਰ ਨੇ ਜਨਮ ਲਿੱਤਾ ਜੋ ਕਿ 3 ਮਹੀਨਿਆਂ ਦਾ ਹੋ ਕੇ ਗੁਜ਼ਰ ਗਿਆ। ਇਸ ਦੁੱਖ ਵਿੱਚ ਰਾਜਾ ਬਿਮਾਰ ਪੈ ਗਿਆ ਅਤੇ ਕੁਝ ਸਮੇਂ ਮਗਰੋਂ ਰਾਜੇ ਦੀ ਵੀ ਮੌਤ ਹੋ ਗਈ। ਹੁਣ ਰਾਜੇ ਨੂੰ ਇਸ ਦਾ ਬੜਾ ਦੁੱਖ ਲੱਗਾ ਤੇ ਉਹ ਵੀ ਬਹੁਤ ਬਿਮਾਰ ਹੋ ਗਿਆ ਤੇ ਉਸ ਦੀ ਵੀ ਮੌਤ ਹੋ ਗਈ। ਅੰਗਰੇਜ਼ਾਂ ਨੇ ਝਾਂਸੀ ਉੱਤੇ ਹੱਲਾ ਬੋਲ ਕੇ, ਹੱਲਾ ਮੀਨਸ ਹਮਲਾ ਬੋਲ ਕੇ, ਉਸ ਨੂੰ ਆਪਣੇ ਅਧੀਨ ਕਰ ਲਿਆ। ਹੁਣ ਅੰਗਰੇਜ਼ਾਂ ਨੇ ਕੀ ਕੀਤਾ, ਝਾਂਸੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਝਾਂਸੀ ਨੂੰ ਆਪਣੇ ਅਧੀਨ ਮਤਲਬ ਆਪਣਾ ਗੁਲਾਮ ਬਣਾ ਲਿਆ। ਲక్ష్ਮੀ ਬਾਈ ਲੜਾਈ ਵਿੱਚ ਬਹੁਤ ਸਾਰੇ ਅੰਗਰੇਜ਼ ਅਫਸਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਝਾਂਸੀ ਦੀ ਰਾਣੀ ਬਣ ਗਈ। ਹੁਣ ਉਸਨੇ ਕਈ ਯੁੱਧ ਲੜੇ ਤੇ ਉਸਨੇ ਸਾਰੇ ਅੰਗਰੇਜ਼ ਅਫਸਰਾਂ ਨੂੰ ਮਾਰ ਕੇ ਝਾਂਸੀ ਦੀ ਰਾਣੀ ਬਣ ਗਈ। ਉਸਨੇ ਕਈ ਵਾਰ ਯੁੱਧ ਲੜੇ ਤੇ ਕਈ ਵਾਰ ਅੰਗਰੇਜ਼ਾਂ ਨੂੰ ਹਰਾਇਆ। ਉਹ ਜੰਗ ਵਿੱਚ ਸੈਨਿਕਾਂ ਵਰਗੇ ਕੱਪੜੇ ਪਾ ਕੇ ਜਾਂਦੀ ਸੀ ਤੇ ਉਸਨੇ ਕਾਲਪੀ, ਝਾਂਸੀ ਤੇ ਗਵਾਲੀਅਰ ਦੇ ਮੈਦਾਨ ਵਿੱਚ ਡਟ ਕੇ ਟਾਕਰਾ ਕੀਤਾ। ਲక్ష్ਮੀ ਬਾਈ ਆਪਣੇ ਦੇਸ਼ ਦੀ ਆਜ਼ਾਦੀ ਲਈ ਆਖਰੀ ਦਮ ਤੱਕ ਲੜਦੀ ਰਹੀ। ਲਹੂ ਲੁਹਾਨ ਹੋ ਕੇ ਵੀ, ਮਤਲਬ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਵੀ ਉਸਨੇ ਹਿੰਮਤ ਨਹੀਂ ਹਾਰੀ। ਅੰਗਰੇਜ਼ਾਂ ਨੇ ਤਲਵਾਰ ਨਾਲ ਉਸਦੀ ਸੱਜੀ ਬਾਂਹ ਵੱਢ ਦਿੱਤੀ। ਉਸਦੀ ਸੱਜੀ ਬਾਂਹ ਮੀਨਸ ਉਸਦੀ ਰਾਈਟ ਆਰਮ ਉਹਨਾਂ ਨੇ ਵੱਢ ਦਿੱਤੀ, ਮਤਲਬ ਲਾ ਦਿੱਤੀ। ਇਸ ਤਰ੍ਹਾਂ ਰਾਣੀ ਲక్ష్ਮੀ ਬਾਈ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਲੜਦਿਆਂ ਸ਼ਹੀਦ ਹੋ ਗਈ। ਇਸ ਤਰ੍ਹਾਂ ਉਹ ਸ਼ਹੀਦ ਹੋ ਗਈ। ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਇਹ ਚੈਪਟਰ ਬਹੁਤ ਅੱਛਾ ਲੱਗਿਆ ਹੋਵੇਗਾ ਤੇ ਝਾਂਸੀ ਦੀ ਰਾਣੀ ਦੀ ਵੀਰਤਾ ਬਾਰੇ ਸੁਣ ਕੇ ਬਹੁਤ ਅੱਛਾ ਲੱਗਿਆ ਹੋਵੇਗਾ।